ਉਹ ਸੱਚਾਈ ਜਿਹਨੂੰ ਅਸੀਂ ਸਾਰੇ ਜਾਣਦੇ ਹਾਂ, ਉਹ ਜੋ ਰੱਬ ਦੇ ਘਰ ਤੋਂ ਸ਼ੁਰੂ ਹੋ ਕੇ ਰੱਬ ਦੇ ਘਰ ਦਾ ਅਖੀਰ ਹੈ, ਉਹ ਸੱਚਾਈ ਜੇ ਤੋਂ ਅਸੀਂ ਮੂੰਹ ਮੋੜਿਆ ਹੋਇਆ ਹੈ, ਮੁੱਖ ਮੋੜਿਆ ਹੋਇਆ ਹੈ ਔਰ ਜੀਵਨ ਜੀ ਰਹੇ ਹਾਂ, ਉਹ ਜੀਵਨ, ਉਹ ਜਾਮਾ ਜਿਹਨੂੰ ਕਿਹਾ ਗਿਆ ਮਨੁੱਖੀ ਜਾਮਾ। ਮਨੁੱਖੀ ਜਾਮੇ ਦੇ ਵਿੱਚ ਉਹ ਜੋ ਰੱਬ ਨੇ, ਉਸ ਕੁਦਰਤ ਨੇ ਇਸ ਜਾਮੇ ਦੇ ਵਿੱਚ ਗੁਣ ਤੇ ਅਵਗੁਣ ਦਿੱਤੇ, ਉਹਨਾਂ ਗੁਣਾਂ ਤੇ ਅਵਗੁਣਾਂ ਦੀ ਵਜ੍ਹਾ ਕਰਕੇ ਇਹ ਜਿਹੜਾ ਜਾਮਾ ਹੈ 84 ਲੱਖ ਯੋਨੀਆਂ ਤੋਂ, ਜਾਮਿਆਂ ਤੋਂ ਉੱਚਾ ਤੇ ਸੁੱਚਾ ਮੰਨਿਆ ਗਿਆ। ਹੋਰ ਜੋ ਵੀ ਯੋਨੀਆਂ ਨੇ, ਜੋ ਵੀ ਜਾਮੇ ਨੇ, ਆਪਣੇ ਆਪ ਦੇ ਵਿੱਚ ਪੂਰਨ ਨੇ। ਆਪਣੇ ਆਪ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਜੋ ਉਹਨਾਂ ਦਾ ਯੋਗਦਾਨ ਹੈ, ਸ੍ਰਿਸ਼ਟੀ ਦੇ ਵਿੱਚ ਜੋ ਉਸ ਰੱਬ ਦੇ ਘਰੋਂ ਜੋ ਉਹਨਾਂ ਨੂੰ ਨੌਕਰੀ ਮਿਲੀ, ਉਹ ਕਰ ਰਹੇ ਨੇ। ਉਸ ਰੱਬ ਨੇ ਜਦੋਂ ਇਹ ਪ੍ਰਕਿਰਤੀ ਸਾਜੀ, ਤੇ ਬਾਣੀ ਦੀਆਂ ਪੰਕਤੀਆਂ ਸਾਨੂੰ ਸਮਝਾਉਂਦੀਆਂ ਨੇ ਬੜੇ ਸੌਖੇ ਤਰੀਕੇ ਨਾਲ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਹੁਣ ਉਹ ਮਾਈ ਕੌਣ ਹੈ, ਔਰ ਜੀਵਨ ਦੇ ਵਿੱਚ ਕਈ ਵਾਰੀ ਉਹਦਾ ਜ਼ਿਕਰ ਕਰਦੇ ਹਾਂ, ਜਿਹਨੂੰ ਕਿਹਾ ਜਾਂਦਾ ਵਿਦ ਮਾਤਾ, ਜਿਹਨੂੰ ਕਿਹਾ ਜਾਂਦਾ ਵਿਧੀ ਦਾ ਵਿਧਾਨ। ਉਹ ਆਪਣੀ ਜਗ੍ਹਾ ਉਹਦੇ ਬਾਬਤ ਕਿਹਾ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਤਿੰਨ ਚੇਲੇ ਜਿਹਨੇ ਪਰਵਾਨੇ ਅਸੈਪਟ ਕੀਤੇ, ਨੌਕਰੀ 'ਤੇ ਰੱਖੇ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਹੇ ਦੀ ਬਾਣ। ਸੰਸਾਰੀ, ਭੰਡਾਰੀ ਤੇ ਲਾਹੇ ਦੀ ਬਾਣ। ਤੇ ਜੇ ਅਸੀਂ ਕਿਸੇ ਹੋਰ ਧਰਮ ਦੇ ਵੱਲ ਧਿਆਨ ਕਰਦੇ ਹਾਂ, ਤੇ ਉਸ ਧਰਮ ਦੇ ਵਿੱਚ ਵੀ ਤਿੰਨ ਦੇਵਤੇ ਮੰਨੇ ਗਏ ਨੇ, ਜਿਨ੍ਹਾਂ ਨੂੰ ਅਸੀਂ ਰੱਬ ਵੀ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਮਿਥਿਆ, ਮਿਥ, ਮਾਈਥੋਲੋਜੀ, ਮਿਥਿਹਾਸ ਵੀ ਕਹਿੰਦੇ ਹਾਂ, ਤੇ ਜਿਨ੍ਹਾਂ ਨੂੰ ਅਸੀਂ ਰੱਬ ਵੀ ਕਹਿੰਦੇ ਹਾਂ, ਜਿਨ੍ਹਾਂ ਦੇ ਬਾਬਤ ਕਿਹਾ ਗਿਆ ਬ੍ਰਹਮਾ, ਵਿਸ਼ਨੂੰ, ਮਹੇਸ਼। ਇਹ ਤਿੰਨ ਦੇਵਤੇ ਚੁਣੇ ਗਏ। ਤਿੰਨ ਦੇਵਤੇ। ਇੱਕ ਦੀ ਨੌਕਰੀ ਇਹ ਹੈ ਕਿ ਉਹਨੇ ਉਤਪਤੀ ਕਰਨੀ ਹੈ, ਦੂਜੇ ਦੀ ਨੌਕਰੀ ਹੈ ਉਹਨੇ ਇਸ ਸ੍ਰਿਸ਼ਟੀ ਦੀ ਪਾਲਣਾ ਕਰਨੀ ਹੈ, ਔਰ ਤੀਜੇ ਦੀ ਨੌਕਰੀ ਹੈ ਕਿ ਜਦੋਂ ਅਖੀਰ ਸੰਘਾਰ ਕਰਨਾ ਹੈ, ਉਹਦਾ ਖਾਤਮਾ ਖਤਮ ਕਰਨਾ ਹੈ, ਉਹਦੀ ਉਹ ਨੌਕਰੀ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਹੇ ਦੀ ਬਾਣ। ਇਹ ਤਿੰਨਾਂ ਨੂੰ ਨੌਕਰੀ ਦਿੱਤੀ ਗਈ ਉਸ ਰੱਬ ਦੇ ਘਰ ਦੀ। ਰੱਬ ਆਪਣੇ ਆਪ ਦੇ ਵਿੱਚ ਉਹ ਹੈ ਜਿਹਦੇ ਬਾਬਤ ਕਿਹਾ ਗਿਆ ਭਰਮ, ਭੇਖ, ਉਹ ਇਹਨਾਂ ਚੀਜ਼ਾਂ ਵਿੱਚ ਨਹੀਂ ਹੈ। ਪਰ ਉਹ ਜਿਹੜੀ ਕੁਦਰਤ ਹੈ, ਵਿਧੀ ਦਾ ਵਿਧਾਨ ਸਜਿਆ ਹੈ, ਬਣਿਆ ਹੈ, ਉਹਦੇ ਵਿੱਚ ਤਿੰਨ ਜੀਵਾਂ ਦੀ ਗੱਲ ਕੀਤੀ ਗਈ। ਹੁਣ ਸਵਾਲ ਆਇਆ, ਰੱਬ ਕੀ ਹੈ? ਰੱਬ ਕੌਣ ਹੈ? ਰੱਬ ਕਿੱਡਾ ਵੱਡਾ ਹੈ? ਤੇ ਇਹਦਾ ਉੱਤਰ ਇਹੀ ਹੈ ਕਿ ਇਹ ਜੀਵ ਤੇਰਾ ਜਿੰਨਾ ਜ਼ਿਆਦਾ, ਜਿੰਨਾ ਵੱਡਾ ਭਰੋਸਾ, ਉਨਾ ਵੱਡਾ ਤੇਰਾ ਰੱਬ। ਜਿੰਨਾ ਜ਼ਿਆਦਾ ਤੇਰਾ ਭਰੋਸਾ, ਰੱਬ ਹੋਰ ਕੁਝ ਨਹੀਂ। ਤੇ ਕਿਸੇ ਨੇ ਤੇ ਰੱਬ ਦੇ ਬਾਬਤ ਇੰਨਾ ਸੌਖਾ ਜਿਹਾ ਹਿਸਾਬ ਕਿਤਾਬ ਲਾ ਕੇ ਸਾਡੇ ਸਮਕਸ਼ ਰੱਖ ਦਿੱਤਾ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਗਿਆਨੀ, ਜੋ ਗਿਆਨ ਇਕੱਠਾ ਕਰਦੇ ਨੇ। ਉਹ ਅਖੀਰ ਕੀ ਸੀ? ਰੱਬ ਦੇ ਬਾਬਤ ਹੀ ਕਹਿ ਦਿੱਤਾ। ਕਹਿੰਦੇ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲ੍ਹਣ ਲੱਗਿਆ ਕਾਫਰ ਹੋ ਜਾਏ ਬੰਦਾ। ਬੰਦਾ ਕਾਫਰ ਹੋ ਜਾਂਦਾ ਕਿ ਰੱਬ ਹੈ ਹੀ ਨਹੀਂ। ਜਿਹੜੀ ਅਵਸਥਾ 'ਚ ਅਸੀਂ ਅੱਜ ਪਹੁੰਚ ਚੁੱਕੇ ਹਾਂ, ਸਾਨੂੰ ਕਿਸੇ ਨੂੰ ਰੱਬ 'ਤੇ ਯਕੀਨ ਨਹੀਂ। ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ
कि जीवन दे विच असी जो दुनिया दे विच जीवन गुजार रहे हाँ, असी रब ते यकीन करते हैं झूठ है। अज असी ज्ञान मार्ग नूं अपना के अपने आप दी उस रब तो दूरी कर लई। सानू अज रब ते यकीन नहीं रह गया, रब कोई नहीं। वो अवस्था ते पहुँचते हुए असी उस विध माता दे वलों जिहड़े नौकर चुने गए, किसी ने उन्होंने रब मान लिया, किसी ने उन्होंने देवता मान लिया, किसी ने उन्होंने मिथ्यास कि वो नहीं ने धरती ते। वो उस नौकरी के अधीन जिन्हों ब्रह्मा कहा गया, उन्होंने नौकरी दी गई कि तू संसार की उत्पत्ति करनी है। संसार की उत्पत्ति मुक नहीं सकती, धरती होर परे होर एक धरती नहीं है, ब्रह्मांड दे ब्रह्मांड ने। उन्हां दी उत्पत्ति अज एक धरती नवी जन्म लै रही है, अज एक धरती का विनाश हो रहा है। अज एक धरती जन्म लै रही है, एक धरती का विनाश हो रहा है। अज एक धरती ने नवी शुरुआत की, अज एक धरती अपने अखीर वाल तुरी हुई है। उन्हां विचों असी ऐसे जीव हाँ जिहड़े तुरे हुए हैं अखीर वाल। एक कम आई उन्हें युगत ऐसी बनाई है कि जो मर्जी हो जाए, अखीर समापन है, मुकना है, ये निश्चित है, मुकना है, सब जानते हैं। उन्हें उत्पत्ति कर दी, जो रब दे घरों हुक्म होया उन्हें उत्पत्ति कर दी। फिर रिक्वायरमेंट आई, प्रोडक्शन हो गई, कंपनी वालों फैक्ट्री लाती, प्रोडक्शन हो गई। उस तो बाद उन्होंने सेल करना, भाव उस तरीके नाल ओ जेनू हुण पालना करनी है जीवां दी, जो उत्पत्ति हो गई ते उत्पत्ति हो गई, हुण संघार भी करना है। अपना जप तप करके, जप तप वो भी सीगे जो द्वापर दे विच जप तप करके आप रब हो गए, भीष्म पितामह। अपनी मृत्यु मौत अपने हाथ च कर ली, ओ रावण मौत अपने हाथ च कर ली, ओ कंस मौत अपने हाथ च कर ली, अपने आप दे विच रब हो गए। उन्हां दा भी संघार करना पिया किसी न किसी विधि नाल, मुकाना पिया किसी न किसी विधि नाल। हाँ, ते ओ जिन्हों असी अज बंदा बहादुर कहते हैं, वो भी तो जप तप कर रहा सी, वो भी जप तप करके ऑलमोस्ट रब भी तो बन गया सी। इस करके जदों दसम पातशाह के समक्ष मेल होया, उन्हें भी तो अपनियां ताकतां उस माधो दास दे नां दे जीव ने अपनियां समक्ष ताकतां उन्हां दे समक्ष सारियां वरत लईयां। अखीर जप तप किया या धोखे नाल जां प्यार नाल, उस रब ने किसी न किसी तरीके नाल ओदा समापन करना है, ओदा समापन करना है। आप पहुंच गए दसम पातशाह, विध बनाई, विध बना के वो सरहंद की इट नाल इट खड़काण वाली हिम्मत दिती, जा उत्थे वरत। ते वो जड़ा जप तप सी विधि बना के समापन किया। समापन है, समापन भी उन्हें करना है। केड़ा ढंग वरतदा है, समापन करना है। उसे ही रब दे नौकर ने, या उसे ही रब ने, या उसे ही मिथ ने, उसे मिथ ने ये जदों 84 लाख योनियां ओदी प्रवानगी दे नाल सजाइयां,
ਉਹਨਾਂ ਵਿੱਚ ਇੱਕ ਐਸੀ ਚੀਜ਼ ਸਜਾਈ ਜਿਹਨੂੰ ਕਿਹਾ ਗਿਆ ਮਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਮਨ ਜੋ ਬ੍ਰਹਮਾ ਦੀ ਅੰਸ਼ ਹੈ, ਉਹ ਮਨ ਬਣਾਤਾ, ਉਹਦੀ ਡਿਊਟੀ ਦੇ ਦਿੱਤੀ, ਉਹਦਾ ਬੇਸਿਕ, ਉਹਦਾ ਜੋ ਫੰਕਸ਼ਨੈਲਿਟੀ ਹੈ। ਮਰਕਰੀ ਪਾਰਾ ਆਪਾਂ ਦੇਖਿਆ, ਪਾਰਾ ਮੈਟਰ, ਉਹਦਾ ਮਟੀਰੀਅਲ, ਉਹ ਜੋ ਕੁਦਰਤ ਨੇ ਚੀਜ਼ ਬਣਾਈ, ਉਹ ਅਸ਼ਾਂਤ ਹੈ, ਉਹ ਕਦੀ ਸੈਟਲ ਨਹੀਂ ਹੋਏਗਾ। ਮਰਕਰੀ ਕਦੀ ਸੈਟਲ ਨਹੀਂ ਹੋ ਸਕਦਾ, ਕਦੀ ਵੀ ਨਹੀਂ। ਉਸੇ ਤਰੀਕੇ ਨਾਲ ਮਨ ਚੰਚਲ, ਉਹਦੀ ਬਨਾਵਟ ਹੀ ਰੱਬ ਨੇ ਐਸੀ ਬਣਾਈ। ਉਸ ਰੱਬ ਦੇ ਘਰੋਂ ਜੋ ਉਹਦੀ ਬਨਾਵਟ ਹੋਈ, ਉਹ ਬਣਿਆ ਹੀ ਇਸ ਤਰੀਕੇ ਦਾ, ਚੰਚਲ ਹੈ, ਉਹਦੇ ਵਿੱਚ ਚੰਚਲਪਨ ਹੈ। ਔਰ ਉਹ ਚੰਚਲਪਨ ਐਸੀ ਮਾਹਰਤਾ, ਐਸਾ ਮਾਹਰ ਹੈ, ਕਿਸੇ ਦੇ ਹੱਥ ਵੱਸ ਨਹੀਂ ਆਉਂਦਾ, ਕਿਸੇ ਦੇ ਵੀ ਹੱਥ ਵੱਸ ਨਹੀਂ ਆਉਂਦਾ। ਇੰਨਾ ਜ਼ਿਆਦਾ ਚੰਚਲ ਹੈ ਕਿ ਉਹਦੇ ਬਾਬਤ ਕਹਿ ਦਿੱਤਾ ਗਿਆ ਕਿ ਮਨ ਜੀਤੇ ਜਗ ਜੀਤ। ਜੋ ਮਨ ਨੂੰ ਜਿੱਤ ਲਏਗਾ ਉਹ ਜਗ ਨੂੰ ਜਿੱਤ ਜਾਏਗਾ। ਕਿੰਨੀ ਵੱਡੀ ਗੱਲ! ਮਨ ਆਪਣੇ ਆਪ ਦੇ ਵਿੱਚ ਕਿੰਨਾ ਬਲਵਾਨ, ਕਿੰਨਾ ਬਲਵਾਨ। ਔਰ ਉਸੇ ਮਨ ਦੇ ਬਾਬਤ ਬਾਣੀ ਇੱਕ ਸਮੇਂ ਸਾਨੂੰ ਸਮਝਾਉਂਦੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸ਼ਾ, ਜਨਮਾਂ ਦੀ ਮੈਲ ਲੈ ਕੇ। ਇੱਕ ਅਵਸਥਾ ਮਨ ਦੀ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇੰਨੀ ਮੈਲ ਇੱਕ ਪਾਸੇ। ਤੇ ਦੂਜੇ ਪਾਸੇ ਕਬੀਰ ਸਾਹਿਬ ਸਾਨੂੰ ਕੀ ਕਹਿੰਦੇ ਨੇ? ਕਬੀਰ ਮਨ ਨਿਰਮਲ ਭਇਆ। ਇਹਦੇ ਵਿੱਚੋਂ ਮੈਲ, ਜਿਹੜੀ ਜਨਮਾਂ ਦੀ ਮੈਲ ਸੀ, ਨਿਰਮਲ, ਬਿਨਾ ਮੈਲ ਤੋਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਤੇ ਉਹ ਮਨ ਦੇ ਬਾਬਤ ਜਿਹਨੂੰ ਜਗ ਜਿੱਤ ਸਕਦੇ ਆ, ਮਨ ਨੂੰ ਜਿੱਤ ਕੇ, ਤੇ ਜਦੋਂ ਉਹ ਵਿਨਰ ਜਿੱਤ ਹੋ ਗਿਆ, ਨਿਰਮਲ ਹੋ ਗਿਆ, ਪਾਛਾ ਲਾਗੇ ਹਰ ਫਿਰੈ, ਕਹਿਤ ਕਬੀਰ ਕਬੀਰ। ਕਿੰਨੀ ਵੱਡੀ ਸੱਚਾਈ ਸਾਡੇ ਸਮਕਸ਼ ਰੱਖ ਦਿੱਤੀ। ਕਬੀਰ ਮਨ ਨਿਰਮਲ ਭਇਆ। ਇੱਕ ਪਾਸੇ ਇਸ ਮਨ ਦੇ ਵਿੱਚ ਜਨਮਾਂ ਦੀ ਮੈਲ, ਤੇ ਇੱਕ ਸਮਾਂ ਐਸਾ ਆ ਜਾਂਦਾ ਕਿ ਰੱਬ ਪਾਛਾ ਲਾਗੇ ਹਰ ਫਿਰੈ। ਹੁਣ ਕਿਹਾ ਜਾ ਸਕਦਾ ਕਿ ਕਬੀਰ ਸਾਹਿਬ ਵੀ 1000 ਸਾਲ ਪਹਿਲਾਂ ਦੀ ਗੱਲ ਕਰਦੇ, 1100 ਸਾਲ ਪਹਿਲਾਂ ਦੀ ਗੱਲ ਕਰਦੇ, ਉਹ ਵੀ ਮਿੱਥ ਹੈ, ਮਿਥਿਹਾਸ ਹੈ, ਉਹ ਵੀ ਮਿਥਿਹਾਸ ਹੈ। ਫਿਰ ਉਹ ਜਦੋਂ ਨਿਹਾਲ ਹੋਇਆ, ਤੇ ਉਹ ਜਿਹਨੂੰ ਅਸੀਂ ਧੰਨਾ ਭਗਤ ਕਹਿੰਦੇ ਹਾਂ, ਇਹ ਬਿੱਦ ਸੁਣ ਕੇ ਜਾਟੜੋ ਉਠ ਭਗਤੀ ਲਾਗਾ, ਮਿਲੇ ਪਰਤਖ ਗੁਸਾਈਆਂ, ਧੰਨਾ ਵਡਭਾਗਾ। ਮਿਲੇ ਪਰਤਖ, ਸਾਖਸ਼ਾਤ ਮਿਲੇ ਉਹਨੂੰ ਗੁਸਾਈਆਂ, ਧੰਨਾ ਵਡਭਾਗਾ। ਉਹ ਵੀ ਉਹਨੂੰ ਪਾਣ ਦੀ ਗੱਲ ਕਰਦੇ ਨੇ, ਮਿਲਣ ਦੀ ਗੱਲ ਕਰਦੇ ਨੇ। ਉਸ ਰੱਬ ਨੇ ਜਦੋਂ ਹੁਕਮ ਦੇ ਅਧੀਨ ਇਹ ਜਦੋਂ ਸ੍ਰਿਸ਼ਟੀ ਸਜੀ, ਤੇ ਸ੍ਰਿਸ਼ਟੀ ਸਜਾਉਣ ਦੇ ਵਿੱਚ ਉਹ ਜੋ ਵਿਧ ਮਾਤਾ ਹੈ, ਜਿਹਦੇ ਬਾਬਤ ਅਸੀਂ ਕਦੇ ਵੀ ਧਿਆਨ ਨਹੀਂ ਕਰਦੇ, ਜਿਹਦੇ ਸਮਕਸ਼ ਆਂਦੇ ਜਿਸ ਵੀ ਰੂਪ ਦੇ ਵਿੱਚ ਰੱਬ ਆਇਆ, ਜਿਸ ਵੀ ਰੂਪ ਦੇ ਵਿੱਚ ਕੋਈ ਮਹਾਪੁਰਸ਼ ਆਇਆ, ਕੋਈ ਦੇਵੀ ਦੇਵਤਾ ਜੋ ਵੀ ਆਇਆ ਇਸ ਧਰਤੀ ਤੇ, ਜਿਸ ਦਿਨ ਵਿਧ ਮਾਤਾ ਸਾਹਮਣੇ ਖੜੀ ਹੋ ਗਈ, ਉਹਦੇ ਸਮਕਸ਼ ਉਹ ਵੀ ਝੁਕ ਗਿਆ। ਆਪਣੇ ਆਪ ਦੇ ਵਿੱਚ ਰਾਮਚੰਦਰ ਮਹਾਰਾਜ ਜੀ ਵਿਧੀ ਦਾ ਵਿਧਾਨ ਸਮਝ ਕੇ ਬਨਵਾਸ ਲੈ ਲਿਆ, ਸੀਤਾ ਮਾਂ ਨਾਲ ਵਿਛੋੜਾ ਹੋ ਗਿਆ। ਵਿਧੀ ਦਾ ਵਿਧਾਨ, ਵਿਧ ਮਾਤਾ ਦਾ ਇਹੀ ਲੇਖਣੀ ਹੈ। ਉਹ ਭੋਲੇਨਾਥ ਵਿਧੀ ਦਾ ਵਿਧਾਨ ਮੰਨ ਕੇ ਗਣੇਸ਼ ਜੀ ਨੂੰ ਸ਼ਕਲੋਂ ਬੇਸ਼ਕਲ ਕਰ ਦਿੱਤਾ। ਵਿਧੀ ਦਾ ਵਿਧਾਨ
ਵਿਧੀ ਦੇ ਵਿਧਾਨ ਦੇ ਵਿੱਚ ਸ਼ਰਾਪ ਲੱਗਦਾ ਹੈ, ਤੁਹਾਡੇ ਆਪਣੇ ਗਰਭ ਚੋਂ ਮਾਂ ਪਾਰਵਤੀ ਜਨਮ ਹੀ ਨਹੀਂ ਦੇ ਸਕੋਗੇ ਕਿਸੇ ਬੱਚੇ ਨੂੰ। ਠੀਕ ਹੈ, ਵਿਧੀ ਦਾ ਵਿਧਾਨ। ਉਹ ਕ੍ਰਾਈਸਟ ਸਾਹਿਬ ਜਦੋਂ ਸਲੀਬ ਤੇ ਚੜ੍ਹਨ ਲੱਗੇ, ਵਿਧੀ ਦਾ ਵਿਧਾਨ, ਵਿਧੀ ਦਾ ਵਿਧਾਨ। ਉਹ ਤੇਗ ਬਹਾਦਰ ਪਾਤਸ਼ਾਹ ਜਦੋਂ ਗਏ, ਸ਼ਹੀਦੀ ਪਾਈ, ਵਿਧੀ ਦਾ ਵਿਧਾਨ। ਤੇ ਉਹ ਜਦੋਂ ਛੋਟੇ ਸਾਹਿਬਜ਼ਾਦੇ ਚਿਣੇ ਗਏ, ਵਿਧੀ ਦਾ ਵਿਧਾਨ। ਉਹ ਵਿਧ ਮਾਤਾ ਕਿੰਨੀ ਬਲਵਾਨ, ਉਹਦੇ ਸਮਕਸ਼ ਕੋਈ ਰੱਬ, ਕੋਈ ਦੇਵੀ ਦੇਵਤਾ, ਕੋਈ ਮਹਾਪੁਰਸ਼ ਨਹੀਂ ਖੜਾ ਹੋ ਸਕਦਾ ਜਦੋਂ ਉਹ ਆਪਣੀ ਆਈ ਤੇ ਆ ਜਾਵੇ, ਜਦੋਂ ਆਪਣਾ ਕਰਮ ਆਪ ਕਰਦੀ ਹੈ, ਆਪ ਸਮਕਸ਼ ਆਉਂਦੀ ਹੈ। ਇੱਕੋ ਹੁੰਦਾ, ਇਹੀ ਵਿਧੀ ਦਾ ਵਿਧਾਨ ਸੀ, ਇਹੀ ਲਿਖੀ ਸੀ।